ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਆਪਾਂ ਗੱਲ ਕਰਦੇ ਹਾਂ ਇੰਟੈਲੀਜੈਂਸ ਅਸਿਸਟੈਂਟ ਤੇ ਇਨਵੈਸਟੀਗੇਸ਼ਨ ਕਾਂਸਟੇਬਲ ਦਾ ਜੋ ਐਗਜ਼ਾਮ ਹੋਇਆ 7 ਸਤੰਬਰ 2021 ਨੂੰ ਫਸਟ ਸ਼ਿਫਟ ਹੋਈ ਹੈ 9 ਤੋਂ 12 ਤੇ ਉਸ ਐਗਜ਼ਾਮ ਰਿਲੇਟਡ ਅੱਜ ਆਪਾਂ ਡਿਸਕਸ ਕਰਾਂਗੇ ਕੀ ਕੁਐਸਚਨ ਪੁੱਛੇ ਗਏ ਨੇ, ਕਿਵੇਂ ਦਾ ਪੇਪਰ ਆ ਰਿਹਾ ਤੇ ਤੁਹਾਡੀ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਕਿ ਨੈਕਸਟ ਤੁਸੀਂ ਜਿਨ੍ਹਾਂ ਦਾ ਪੇਪਰ ਅੱਗੇ ਹੋਣਾ ਤਾਂ ਉਹ ਕੀ ਪੜ੍ਹ ਕੇ ਜਾਣ। ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਜੀਕੇ ਦੀ। ਜੀਕੇ ਦੇ ਵਿੱਚ ਆਪਾਂ ਸਿਲੇਬਸ 'ਚ ਵੀ ਦੇਖਿਆ ਸੀ ਸਭ ਤੋਂ ਵੱਧ ਪੋਰਸ਼ਨ ਸੀ ਪੋਲਿਟੀ ਦਾ, ਅਤੇ ਪੋਲਿਟੀ ਦੇ ਵਿੱਚ ਸਭ ਤੋਂ ਵੱਧ ਕੁਐਸਚਨ ਪੁੱਛੇ ਜਾ ਰਹੇ ਨੇ ਜਿਹਦੇ ਵਿੱਚ ਆਰਟੀਕਲ ਪੁੱਛੇ ਜਾ ਰਹੇ ਨੇ। ਤਾਂ ਤੁਸੀਂ ਸਾਰੇ ਆਰਟੀਕਲ ਪੜ੍ਹ ਕੇ ਜਾਣੇ ਇੱਕ ਵਾਰੀ ਅੱਛੀ ਤਰ੍ਹਾਂ। ਜਿਵੇਂ ਤੁਸੀਂ ਸਬ ਇੰਸਪੈਕਟਰ 'ਚ ਵੀ ਦੇਖਿਆ ਸੀਗਾ ਕਿ ਪੋਲਿਟੀ ਦਾ ਸੈਸ਼ਨ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਜਾ ਰਹੇ ਸੀ ਪੋਲਿਟੀ ਵਿੱਚੋਂ, ਤਾਂ ਇਹਦੇ ਵਿੱਚ ਵੀ ਸੇਮ ਐਵੇਂ ਦਾ ਹੀ ਹੈ। ਤੁਸੀਂ ਪੋਲਿਟੀ ਦੇ ਸਾਰੇ ਕੁਐਸਚਨ ਆਪਣੇ ਕਰ ਲਓ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਜ਼ਿਲ੍ਹਾ ਪਰਿਸ਼ਦ ਦੇ ਕੁਐਸਚਨ ਜਿਵੇਂ ਆ ਰਹੇ ਨੇ ਕਿ ਬਲੋਕ ਸਮਿਤੀ ਕੀ ਹੁੰਦੀ ਹੈ, ਜ਼ਿਲ੍ਹਾ ਪਰਿਸ਼ਦ ਸਭ ਤੋਂ ਵੱਡਾ ਹੁੰਦਾ ਛੋਟਾ ਹੁੰਦਾ ਹੈ ਨਾ, ਅਤੇ ਤੁਸੀਂ ਪੰਚਾਇਤੀ ਜਿਹੜਾ ਸਿਸਟਮ ਹੈ ਆਪਾਂ ਕਹਿ ਸਕਦੇ ਹਾਂ ਲੋਕਲ ਗੌਰਮੈਂਟ ਇੰਸਟੀਟਿਊਸ਼ਨ ਹੈ, ਉਹ ਸਾਰੇ ਇੱਕ ਵਾਰੀ ਪੜ੍ਹ ਜਾਓ ਕਿ ਕਿਹੜੀ ਅਮੈਂਡਮੈਂਟ ਹੋਈ ਸੀ ਉਹਨਾਂ 'ਚ ਹੈ ਨਾ, ਕਿ ਆਰਟੀਕਲ ਕੀ ਹੈ ਉਹਨਾਂ ਦੇ ਅਤੇ ਕਿੰਨੇ ਸਬਜੈਕਟ ਹੈ। ਪੰਚਾਇਤੀ ਰਾਜ 'ਚ ਆਪਾਂ ਕਹਿੰਦੇ 29 ਸਬਜੈਕਟ ਹੈ ਨਾ, ਐਵੇਂ ਦਾ ਸਭ ਕੁਝ ਪੜ੍ਹ ਜਾਓ ਇੱਕ ਵਾਰ ਤੁਸੀਂ। ਉਸ ਤੋਂ ਬਾਅਦ ਇਹਨਾਂ ਨੇ ਗੱਲ ਕਰੀ ਸੀ ਪ੍ਰੈਜ਼ੀਡੈਂਟ ਬਾਰੇ। ਪ੍ਰੈਜ਼ੀਡੈਂਟ ਦੇ ਕੁਐਸਚਨ ਪੁੱਛਿਆ ਸੀ ਇਹਨਾਂ ਨੇ ਕਿ ਪ੍ਰੈਜ਼ੀਡੈਂਟ ਕਿਸ ਨੂੰ ਅਪੋਇੰਟ ਕਰ ਸਕਦਾ, ਕਿਸ ਨੂੰ ਨਹੀਂ ਕਰ ਸਕਦਾ ਹੈ ਨਾ। ਤਾਂ ਤੁਸੀਂ ਪ੍ਰੈਜ਼ੀਡੈਂਟ ਦੇ ਸਾਰੇ ਇੱਕ ਵਾਰੀ ਚੈਪਟਰ ਪੂਰਾ ਰੀਡ ਕਰ ਲਓ, ਉਹਦੇ ਆਰਟੀਕਲ ਜੋ ਵੀ ਬਣਦੇ ਨੇ, ਜਿਵੇਂ ਕਿ ਤੁਸੀਂ ਲਗਾ ਲਓ ਉਹਨਾਂ ਦੀ ਐਲੀਜੀਬਿਲਟੀ ਲਗਾ ਲਓ, ਪ੍ਰੈਜ਼ੀਡੈਂਟ ਦੀ ਕੀ ਐਲੀਜੀਬਿਲਟੀ ਹੈ ਨਾ, ਅਤੇ ਕਿਹਨੂੰ ਅਪੋਇੰਟ ਕਰ ਸਕਦਾ ਕਿਹਨੂੰ ਨਹੀਂ ਕਰ ਸਕਦਾ, ਕੀ ਆਰਟੀਕਲ ਹੈ, ਠੀਕ ਹੈ, ਅਤੇ ਸੁਪਰੀਮ ਪਾਵਰ ਕਿੰਨੀਆਂ ਨੇ, ਉਹਦੇ ਕੋਲ ਵੀਟੋ ਪਾਵਰ ਹੈ ਨਹੀਂ ਹੈ, ਮਤਲਬ ਸਾਰਾ ਕੁਛ ਉਹਦਾ ਇੱਕ ਵਾਰੀ ਕੰਪਲੀਟ ਤੁਸੀਂ ਪ੍ਰੈਜ਼ੀਡੈਂਟ ਦਾ ਚੈਪਟਰ ਪੂਰਾ ਕੰਪਲੀਟ ਪੜ੍ਹ ਲਓ, ਠੀਕ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਜੱਜਸ ਦੀ ਐਲੀਜੀਬਿਲਟੀ ਦੀ। ਤਾਂ ਆਪਾਂ ਸਿਲੇਬਸ 'ਚ ਦੇਖਿਆ ਸੀ ਜੁਡੀਸ਼ੀਅਲ ਚੈਪਟਰ ਆਪਣਾ ਇੱਕ, ਠੀਕ ਹੈ, ਅਤੇ ਜੁਡੀਸ਼ੀਅਲ ਦੇ ਵਿੱਚ ਇਹਨਾਂ ਨੇ ਜੱਜਸ ਦੀ ਐਲੀਜੀਬਿਲਟੀ ਬਾਰੇ ਪੁੱਛਿਆ ਸੀਗਾ ਕਿ ਹਾਈ ਕੋਰਟ ਦੇ ਜਿਹੜੇ ਜੱਜ ਹੁੰਦੇ ਨੇ, ਇੱਕ ਸਟੇਟਮੈਂਟ ਬਣਾਈ ਸੀਗੀ ਇਹਨਾਂ ਨੇ ਕਿ ਉਹਨਾਂ ਦੀ ਉਮਰ ਜਿਵੇਂ ਕਿ 8 ਸਾਲ ਵਕੀਲ ਹੋਣਾ ਚਾਹੀਦਾ, 10 ਸਾਲ ਲਈ ਵਕੀਲ ਹੋਣਾ ਚਾਹੀਦਾ, ਜਾਂ 5 ਸਾਲ ਲਈ ਇੱਕ ਸੈਸ਼ਨ ਜੱਜ ਦੇ ਵਿੱਚ ਜਿਹੜਾ ਲੋਅਰ ਕੋਰਟ ਹੈ ਉਹਦੇ 'ਚ ਜੱਜ ਹੋਣਾ ਚਾਹੀਦਾ। ਐਵੇਂ ਦੀ ਕੁਛ ਐਲੀਜੀਬਿਲਟੀ ਸੀ, ਤੁਸੀਂ ਦੱਸਣਾ ਸੀ ਕਿਹੜੀ ਸਹੀ ਹੈ ਕਿਹੜੀ ਗਲਤ ਹੈ, ਠੀਕ ਹੈ। ਅਤੇ ਹੁਣ ਤੁਸੀਂ ਟੋਟਲ ਕੰਪਲੀਟ ਸਾਰਾ ਕੁਝ ਪੜ੍ਹ ਜਾਓ, ਸੁਪਰੀਮ ਕੋਰਟ ਬਾਰੇ, ਹਾਈ ਕੋਰਟ ਬਾਰੇ, ਕਿੰਨੀ ਏਜ ਹੈ ਸੁਪਰੀਮ ਕੋਰਟ ਦੀ, ਕਿੰਨੀ ਹਾਈ ਕੋਰਟ ਦੀ ਹੈ। ਅਤੇ ਉਸ ਤੋਂ ਬਾਅਦ ਅਪੋਇੰਟਮੈਂਟ ਪੁੱਛੀ ਗਈ ਸੀ ਗਵਰਨਰ ਦੀ ਕਿ ਗਵਰਨਰ ਦੀ ਅਪੋਇੰਟਮੈਂਟ ਕੌਣ ਕਰਦਾ ਹੈ। ਇਹ ਕੁਐਸਚਨ ਆਪਾਂ ਦੇਖਣ ਨੂੰ ਮਿਲਿਆ ਸੀ ਆਪਾਂ ਨੂੰ ਜੇਲ੍ਹ ਵਾਰਡਰ ਦੇ ਵਿੱਚ। ਜੇਲ੍ਹ ਵਾਰਡਰ 'ਚ ਇੰਡਾਇਰੈਕਟਲੀ ਪੁੱਛਿਆ ਗਿਆ ਸੀਗਾ ਕਿ ਜਿਹੜਾ ਗਵਰਨਰ ਜਿਹੜਾ ਸੀਗਾ ਉਹ ਅਪੋਇੰਟ ਸੈਂਟਰ ਗੌਰਮੈਂਟ ਕਰਦੀ ਹੈ ਨਾ, ਤਾਂ ਉੱਥੋਂ ਆਪਾਂ ਪਤਾ ਲੱਗਦਾ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਅਪੋਇੰਟ ਕਰਦਾ ਗਵਰਨਰ ਨੂੰ। ਤਾਂ ਇਹ ਚੀਜ਼ ਸਾਰੀ ਕੁਝ ਤੁਸੀਂ ਪੜ੍ਹ ਲਿਓ ਇੱਕ ਵਾਰ ਸਾਰੀ ਚੀਜ਼ ਪੜ੍ਹ ਜਿਓ ਕਿ ਅਪੋਇੰਟਮੈਂਟ ਜਿਹੜੀ ਹੈਗੀ ਹੈ, ਜਿੰਨੇ ਵੀ ਅਪੋਇੰਟਮੈਂਟ ਨੇ, ਕੋਈ ਚਾਹੇ ਤੁਸੀਂ ਪ੍ਰੈਜ਼ੀਡੈਂਟ ਕਰਦਾ ਜਾਂ ਪ੍ਰਾਈਮ ਮਿਨਿਸਟਰ ਕਰਦਾ ਹੈ, ਠੀਕ ਹੈ, ਚਾਹੇ ਤੁਹਾਡਾ ਚੀਫ ਮਿਨਿਸਟਰ ਕਰਦਾ, ਉਹ ਸਾਰਾ ਕੁਝ ਤੁਸੀਂ ਇੱਕ ਵਾਰੀ ਪੜ੍ਹ ਜਿਓ। ਜੇ ਕੋਈ ਗਵਰਨਰ ਵੀ ਕਰਦਾ ਨਾ ਕੋਈ ਅਪੋਇੰਟਮੈਂਟ, ਤੁਸੀਂ ਉਹ ਵੀ ਪੜ੍ਹ ਜਿਓ, ਸਟੇਟ ਰਿਲੇਟਡ ਕੁਝ ਵੀ ਹੈ। ਬੈਂਕ ਰਿਲੇਟਡ ਇੱਕ ਕੁਐਸਚਨ ਪੁੱਛਿਆ ਜਾ ਰਿਹਾ ਜੀ, ਤੁਸੀਂ ਬੈਂਕ ਦੀ ਟਰਮ ਸਾਰੀ ਇੱਕ ਵਾਰੀ ਪੜ੍ਹ ਲਿਓ, ਕਿਹੜਾ ਬੈਂਕ ਮਰਜ ਹੋ ਰਿਹਾ, ਕਿਹੜਾ ਬੈਂਕ ਕਦੋਂ ਨੈਸ਼ਨਲਾਈਜ਼ ਹੋਇਆ ਸੀਗਾ, ਤਾਂ ਥੋੜ੍ਹਾ ਬਹੁਤਾ ਮਾੜਾ ਜਿਹਾ ਪੜ੍ਹ ਲਿਓ ਬੈਂਕ ਰਿਲੇਟਡ। ਅਤੇ ਇੱਕ ਇੰਸ਼ੋਰੈਂਸ ਕੰਪਨੀ ਰਿਲੇਟਡ ਕੁਛ ਨਾ ਇਹਨਾਂ ਨੇ ਪੁੱਛਿਆ ਸੀਗਾ, ਜਿਵੇਂ ਲਾ ਲਓ IRDAI ਹੈ ਨਾ ਰਿਲੇਟਡ ਕੁਛ ਪੁੱਛਿਆ ਸੀ ਇਹਨਾਂ ਨੇ, ਕੁਛ ਜਿਵੇਂ ਮੈਕਸ ਕੰਪਨੀ ਹੈ ਇੰਸ਼ੋਰੈਂਸ ਦੀ। ਤਾਂ ਇਹ ਤੁਸੀਂ ਥੋੜ੍ਹਾ ਜਿਹਾ ਇੱਕ ਵਾਰੀ ਰੀਡ ਆਊਟ ਕਰ ਲਿਓ ਕਿ ਕਿੰਨੀਆਂ ਇੰਸ਼ੋਰੈਂਸ ਕੰਪਨੀਆਂ ਆਪਣੀਆਂ, ਪ੍ਰਾਈਵੇਟ ਕਿਹੜੀ ਹੈ ਅਤੇ ਉਹਦਾ ਕੀ ਸਭ ਕੁਛ ਇੱਕ ਵਾਰੀ ਥੋੜ੍ਹਾ ਨਾ ਰੀਡ ਆਊਟ ਕਰ ਲਿਓ ਮਾੜਾ ਜਿਹਾ, ਇੱਕ ਵਾਰੀ ਦੇਖ ਲਿਓ। ਜਿਵੇਂ ਕਈ ਵਾਰ ਨਾ ਪੁੱਛ ਲੈਂਦੇ ਆ ਕਿ ਉਹਦਾ ਚੇਅਰਮੈਨ ਕੌਣ ਹੈ, ਜਿਵੇਂ ਮੈਕਸ ਲਾਈਫ ਇੰਸ਼ੋਰੈਂਸ ਦਾ ਚੇਅਰਮੈਨ ਪੁੱਛ ਲੈਂਦੇ ਨੇ, ਤਾਂ ਐਵੇਂ ਦਾ ਹਲਕਾ ਫੁਲਕਾ ਪੜ੍ਹ ਲਿਓ। ਅਗਰ ਤੁਹਾਨੂੰ ਸਕਿੱਪ ਕਰਨਾ ਸਕਿੱਪ ਵੀ ਕਰ ਦਿਓ, ਉਸ 'ਚ ਕੋਈ ਇਸ਼ੂ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਆਟੋਬਾਇਓਗ੍ਰਾਫੀ ਸਭ ਤੋਂ ਵੱਧ ਪੁੱਛੀ ਜਾ ਰਹੀ ਹੈ। ਤੁਸੀਂ ਇੱਕ ਵਾਰੀ ਨਾ ਆਟੋਬਾਇਓਗ੍ਰਾਫੀ ਸਭ ਦੀ ਨੋਟ ਕਰ ਲਓ। ਜਿਵੇਂ ਲਾਸਟ ਟਾਈਮ ਪੁੱਛੀ ਗਈ ਸੀ APJ ਸਰ ਅਬਦੁਲ ਕਲਾਮ ਦੀ ਪੁੱਛੀ ਗਈ ਸੀ, ਤਾਂ ਇਸ ਵਾਰੀ ਸਚਿਨ ਤੰਦੂਰਕਰ ਦੀ ਪੁੱਛੀ ਗਈ ਹੈ। ਤਾਂ ਉਹਦੀ ਸੀ ਪਲੇਇੰਗ ਇਟ ਮਾਈ ਵੇਜ਼, ਉਹਦੀ ਆਟੋਬਾਇਓਗ੍ਰਾਫੀ ਸੀ ਸਚਿਨ ਤੰਦੂਰਕਰ ਦੀ, ਯਾਦ ਰੱਖਿਓ, ਠੀਕ ਹੈ। ਅਤੇ ਹਾਂ, ਇੱਕ ਸੌਰਵ ਗਾਂਗੁਲੀ ਦਾ ਕੁਐਸਚਨ ਇਹਨਾਂ ਨੇ ਵਿੱਚ ਹੀ ਪਾਇਆ ਸੀਗਾ, ਉਹ ਸੌਰਵ ਗਾਂਗੁਲੀ ਨੇ ਲਿਖੀ ਸੀ ਆ ਸੈਂਚੁਰੀ ਇਜ਼ ਨੋਟ ਇਨਫ, ਕੁਛ ਐਵੇਂ ਕਰਕੇ ਉਹਦੀ ਕੋਈ ਆਟੋਬਾਇਓਗ੍ਰਾਫੀ ਸੀ। ਇੱਕ ਵਾਰ ਤੁਸੀਂ ਉਹ ਵੀ ਨੋਟ ਕਰ ਲਿਓ ਕਿ ਸੌਰਵ ਗਾਂਗੁਲੀ ਦੀ ਹੈ। ਨੈਕਸਟ ਟਾਈਮ ਹੋ ਸਕਦਾ ਕਿ ਸਿੱਧਾ ਡਾਇਰੈਕਟਲੀ ਪੁੱਛਣ ਕਿ ਇਹ ਕਿਸ ਨੇ ਲਿਖੀ ਸੀ, ਠੀਕ ਹੈ। ਸਟੇਟ ਬਰਡ ਆਫ ਪੰਜਾਬ ਬਾਰੇ ਪੁੱਛਿਆ ਗਿਆ ਸੀ, ਕਈ ਕਹਿੰਦੇ ਸੀ ਬਾਜ ਹੈ ਜੀ, ਠੀਕ ਹੈ, ਬਾਜ ਆਪਾਂ ਮੰਨਦੇ ਹਾਂ, ਬਟ ਉਹਨਾਂ ਦਾ ਨਾਮ ਨਹੀਂ ਕਈਆਂ ਨੂੰ ਲੈਣ ਦਾ। ਨੋਰਥਨ ਗੁਸ਼ਾਕ ਠੀਕ ਹੈ ਨਾਮ ਹੈ, ਕਈ ਵਾਰ ਨਾ ਐਂਟੀਸਿਪਲੇਟਰ ਕੁਛ ਐਵੇਂ ਕਰਕੇ ਨਾਮ ਆਉਂਦਾ, ਉੱਥੇ ਬਾਅਦ ਐਂਡ ਵਿੱਚ ਗੁਸ਼ਾਕ ਪਾਇਆ ਹੁੰਦਾ। ਕਈ ਵਾਰ ਕਹਿੰਦੇ ਅਸੀਂ ਨੋਰਥਨ ਗੁਸ਼ਾਕ ਪੜ੍ਹਿਆ ਸੀਗਾ ਜੀ, ਉੱਥੇ ਦਾ ਕੁਛ ਹੋਰ ਆ ਗਿਆ। ਤਾਂ ਤੁਸੀਂ ਸਾਰੇ ਇੱਕ ਵਾਰੀ ਜਿੰਨੇ ਵੀ ਇਹਦੇ ਸਾਇੰਟੀਫਿਕਲੀ ਨੇਮ ਹੈ ਨਾ ਇੱਕ ਵਾਰੀ ਰੀਡ ਕਰ ਜਿਓ। ਉਸ ਤੋਂ ਬਾਅਦ ਇਹਨਾਂ ਨੇ ਪੁੱਛਿਆ ਸੀ ਜੂਟ ਸਟੇਟ ਇਨ ਇੰਡੀਆ ਕਿਹੜੀ ਹੈ, ਇਹ ਆਂਧਰਾ ਪ੍ਰਦੇਸ਼ ਹੈ।
ठीक है। नैक्सट टाइम हो सकता तुहानूं कॉटन स्टेट पुछ लैण, ठीक है, सिल्क स्टेट पुछ लैण ते ਜਾਂ फिर टी स्टेट पुछ लैण, कॉफ़ी स्टेट पुछ लैण। ये सारे एक बारी पढ़ जिओ, तुहानूं एक आइडिया मिल गया कि ਇਹੋ ਜਿਹੇ क्वेश्चन जीके ਵਿੱਚ आ रहे हैं, ठीक है। ਜਿਹੜੇ ਬੁੱਕਸ ਐਂਡ ਆਥਰ ਦੀ ਗੱਲ ਕਰੀ ਸੀ ਮੈਂ ਸਚਿਨ ਤੰਦੂਰਕਰ ਬਾਰੇ ਕਿ ਆਟੋਬਾਇਓਗ੍ਰਾਫੀ ਬਾਰੇ, ਉਸ 'ਚ ਤੁਸੀਂ ਆਪਣਾ ਸਭ ਦੀ ਇੱਕ ਵਾਰੀ ਆਟੋਬਾਇਓਗ੍ਰਾਫੀ ਪੜ੍ਹ ਲਿਓ, ਚਾਹੇ ਪੰਜਾਬ ਦੀ ਹੈ, ਚਾਹੇ ਤੁਸੀਂ ਸਪੋਰਟਸ ਪਰਸਨ ਦੀ ਹੈ, ਚਾਹੇ ਕੋਈ ਫੇਮਸ ਪਰਸਨੈਲਿਟੀ ਦੀ ਹੈ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਕੁਆਂਟ ਦੀ। ਕੁਆਂਟ ਸੈਕਸ਼ਨ 'ਚ ਉਹੀ ਕੁਐਸਚਨ ਦੁਬਾਰਾ ਰਿਪੀਟ ਹੋ ਰਹੇ ਨੇ, ਐਸਆਈ ਵਾਲੇ, ਬਾਰ ਗ੍ਰਾਫ, ਲਾਈਨ ਗ੍ਰਾਫ, ਇਹ ਤੁਸੀਂ ਅੱਛੀ ਤਰ੍ਹਾਂ ਕਰਕੇ ਜਾਓ। ਇਹਦੀ ਪਰਸੈਂਟੇਜ ਰੇਸ਼ੋ, ਠੀਕ ਹੈ, ਕਿਉਂਕਿ ਇਹਦੇ ਵਿੱਚ ਇਹੀ ਹੈ ਕਿ ਪਰਸੈਂਟੇਜ ਕੱਢੋ ਅਤੇ ਇਸ ਦੀ ਦੋਨਾਂ ਦੀ ਰੇਸ਼ੋ ਪ੍ਰਾਪਤ ਦੱਸੋ ਕਿੰਨੀ ਪ੍ਰਾਪਤ ਹੋਈ ਹੈ ਰੇਸ਼ੋ ਉਹਨਾਂ ਦੇ ਵਿੱਚੋਂ। ਅਤੇ ਟ੍ਰੇਨਸ ਦਾ ਕੁਐਸਚਨ ਆ ਰਿਹਾ ਆਪਾਂ ਨੂੰ। ਟ੍ਰੇਨਸ ਦਾ ਕੁਐਸਚਨ ਕੀ ਆ ਰਿਹਾ ਕਿ ਇੱਕ ਟ੍ਰੇਨ ਦੂਜੀ ਟ੍ਰੇਨ ਨੂੰ ਕਰੋਸ ਕਰਦੀ ਹੈ ਤਾਂ ਅੱਗੇ ਪੁੱਲ ਆਉਂਦਾ, ਠੀਕ ਹੈ, ਅਤੇ ਪੁੱਲ ਨੂੰ ਵੀ ਕਰੋਸ ਕਰ ਰਹੀ ਹੈ, ਤਾਂ ਦੱਸੋ ਇਹ ਟ੍ਰੇਨ ਦੀ ਲੈਂਥ ਕਿੰਨੀ ਹੈ। ਇੱਕ ਟ੍ਰੇਨ ਦੀ ਲੈਂਥ ਦਿੱਤੀ ਹੋਈ ਹੈ, ਪੁੱਲ ਦੀ ਲੰਬਾਈ ਦੱਸੀ ਹੋਈ ਹੈ ਕਿੰਨੀ ਪੁੱਲ ਦੀ ਲੰਬਾਈ ਹੈ, ਅਤੇ ਦੂਜੇ ਪਾਸੇ ਜਿਹੜੀ ਦੂਸਰੀ ਟ੍ਰੇਨ ਕਰੋਸ ਕਰ ਰਹੀ ਹੈ ਉਸ ਦੀ ਲੰਬਾਈ ਪੁੱਛੀ ਗਈ ਹੈ, ਠੀਕ ਹੈ। ਤਾਂ ਟ੍ਰੇਨ ਵਾਲੇ ਸਾਰੇ ਕੰਸੈਪਟ ਆਪਣੇ ਕਲੀਅਰ ਕਰ ਲਿਓ। ਅਤੇ ਉਸ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਕਿ ਐਲਸੀਐਮ ਐਚਸੀਐਫ ਆਪਣੇ ਸਿਲੇਬਸ 'ਚ ਨਹੀਂ ਹੈਗਾ ਇੰਟੈਲੀਜੈਂਸ ਦਾ, ਬਟ ਲੇਕਿਨ ਮੈਂ ਮੌਕ ਟੈਸਟ ਵਿੱਚ ਵੀ ਦੇਖ ਰਿਹਾ ਸੀ ਇਹਨਾਂ ਨੇ ਐਲਸੀਐਮ ਐਚਸੀਐਫ ਦੇ ਕੁਐਸਚਨ ਪਾ ਰੱਖੇ ਸੀ, ਬਟ ਇਹਨਾਂ ਨੇ ਹੁਣ ਫਸਟ ਜੋ ਸ਼ਿਫਟ ਹੋਈ ਹੈ ਉਹਦੇ ਵਿੱਚ ਵੀ ਐਚਸੀਐਫ ਦਾ ਇੱਕ ਕੁਐਸਚਨ ਦੇਖਣ ਨੂੰ ਮਿਲਿਆ। ਤਾਂ ਤੁਸੀਂ ਬੱਚਿਓ ਐਲਸੀਐਮ ਐਚਸੀਐਫ ਚੰਗੀ ਤਰ੍ਹਾਂ ਕਰ ਲਓ, ਠੀਕ ਹੈ। ਸਿੰਪਲੀਫਿਕੇਸ਼ਨ ਦੇ 5 ਕੁਐਸਚਨ ਆ ਰਹੇ ਸੀ, ਉਹ ਬੋਰਡ ਮਾਸ ਦੇ ਰਿਲੇਟਡ ਕੁਐਸਚਨ ਸੀਗੇ, ਆਰਾਮ ਨਾਲ ਈਜ਼ੀਲੀ ਹੋ ਰਹੇ ਸੀਗੇ, ਅਤੇ ਤੁਸੀਂ ਉਹ ਆਰਾਮ ਨਾਲ ਕਰ ਸਕਦੇ ਸੀਗੇ, ਉਸ 'ਚ ਕੋਈ ਇਸ਼ੂ ਨਹੀਂ ਸੀ। ਉਸ 'ਚ ਹੋ ਸਕਦਾ ਕਿ 4 ਕੁਐਸਚਨ ਸਹੀ ਹੋਣ, ਬਿਲਕੁਲ ਈਜ਼ੀ ਹੋਣ, ਇੱਕ ਕੁਐਸਚਨ ਬਹੁਤ ਟਫ ਹੋਵੇ ਜੋ ਤੁਹਾਨੂੰ ਲੱਗਦਾ ਕਿ ਟਾਈਮ ਕੰਜ਼ਿਊਮਿੰਗ ਹੈ, ਉਹ ਸਕਿਪ ਕਰ ਸਕਦੇ ਹੋ। ਉਸ ਤੋਂ ਬਾਅਦ ਸਿੰਪਲ ਇੰਟਰਸਟ ਦੇ ਕੁਐਸਚਨ ਆ ਰਹੇ ਸੀ, 2 ਕੁਐਸਚਨ ਸਿੰਪਲ ਇੰਟਰਸਟ 'ਤੇ ਆ ਰਹੇ ਸੀ, ਪ੍ਰੋਫਿਟ ਲੋਸ 'ਤੇ 3 ਕੁਐਸਚਨ ਆ ਰਹੇ ਸੀ, ਅਤੇ ਰੇਸ਼ੋ ਦੇ 4 ਕੁਐਸਚਨ ਆਏ ਨੇ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਰੀਜ਼ਨਿੰਗ ਦੀ। ਰੀਜ਼ਨਿੰਗ 'ਚ ਉਹੀ ਕਿ ਨੋਨ ਵਰਬਲ ਦੇ ਵਿੱਚ ਇੰਬੈਡਡ ਪਿਕਚਰ ਪੁੱਛੀ ਗਈ ਸੀ ਕਿ ਇੱਕ ਪਿਕਚਰ 2 ਪਿਕਚਰਾਂ ਨੂੰ ਸਮਾਨ ਬਣਾਉਣਾ ਸੀਗਾ, ਤਾਂ ਤੀਸਰੀ ਪਿਕਚਰ ਦੇ ਅਕੋਰਡਿੰਗਲੀ ਜਿਹੜੀ 4th ਪਿਕਚਰ ਦੱਸਣੀ ਸੀ ਆਪਾਂ ਨੇ ਕਿ ਕਿਹੜੀ ਹੈ, ਠੀਕ ਹੈ। ਮੰਨ ਲਓ ਜਿਵੇਂ ਇੱਕ 'ਚ ਟਰਾਇੰਗਲ ਦੇ ਦਿੱਤਾ, ਦੂਸਰੇ ਸਰਕਲ ਦੇ ਦਿੱਤਾ, ਤੀਸਰੇ ਸਕੇਅਰ 'ਤੇ, ਤਾਂ 4th ਵਿੱਚ ਕੀ ਆਏਗਾ, ਠੀਕ ਹੈ। ਤੁਸੀਂ 4 ਆਪਸ਼ਨ ਵਿੱਚ ਦੇਖ ਕੇ ਤੁਸੀਂ ਚੂਜ਼ ਕਰਨਾ ਸੀ ਕਿ ਕਿਹੜੀ ਆਪਸ਼ਨ ਸਹੀ ਹੋਏਗੀ। ਉਸ ਤੋਂ ਬਾਅਦ ਵੇਨ ਡਾਇਗਰਾਮ ਦੇ ਕੁਐਸਚਨ ਆ ਰਹੇ, ਬੱਚੇ ਕਾਫੀ ਵੇਨ ਡਾਇਗਰਾਮ ਦੇ ਕੁਐਸਚਨ ਛੱਡ ਕੇ ਆਉਂਦੇ ਨੇ ਕਿ ਜਿਵੇਂ ਹੁਣ ਲਾਸਟ ਟਾਈਮ ਇਹਨਾਂ ਨੇ ਪਾਇਆ ਸੀ ਕਿ ਕੋਟ ਹੈ, ਇੱਕ ਬਲੈਂਕਟ, ਇੱਕ ਪਿੱਲੋ ਹੈ ਨਾ, ਤੁਸੀਂ ਇਹਦਾ ਕੰਬੀਨੇਸ਼ਨ ਬਣਾਉਣਾ, ਇੱਕ ਰਿਲੇਸ਼ਨ ਬਣਾਉਣਾ ਆਪਸ 'ਚ ਨਾ ਤੁਸੀਂ ਵੇਨ ਡਾਇਗਰਾਮ ਦਾ, ਤਾਂ ਤੁਸੀਂ ਉਹ ਕੰਸੈਪਟ ਆਪਣਾ ਕਲੀਅਰ ਕਰ ਲਿਓ ਇੱਕ ਵਾਰੀ, ਉਸ ਤੋਂ ਬਾਅਦ ਹੀ ਫਿਰ ਤੁਸੀਂ ਇਸ ਨੂੰ ਅਟੈਂਪਟ ਕਰਿਓ, ਠੀਕ ਹੈ। ਵੈਸੇ ਨੈਗੇਟਿਵ ਮਾਰਕਿੰਗ ਹੈ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਅਟੈਂਪਟ ਨਾ ਕਰੋ, ਅਟੈਂਪਟ ਸਾਰੇ ਕੁਐਸਚਨ ਕਰਨੇ ਨੇ, ਬਟ ਹਾਂ ਉਹੀ ਕੁਐਸਚਨ ਅਟੈਂਪਟ ਕਰਿਓ ਜਿਹੜੇ ਤੁਹਾਡੇ ਠੀਕ ਹੋਣਗੇ। ਮੈਂ ਤੁਹਾਨੂੰ ਅੱਗੇ ਦੱਸਾਂਗਾ ਕਿ ਤੁਸੀਂ ਕਿਵੇਂ ਅਟੈਂਪਟ ਕਰਨਾ ਹੈ, ਠੀਕ ਹੈ। ਕੋਡਿੰਗ ਡਿਕੋਡਿੰਗ ਦੇ ਕੁਐਸਚਨ ਆ ਰਹੇ ਨੇ। ਕੋਡਿੰਗ ਡਿਕੋਡਿੰਗ ਜਿਵੇਂ ਲਿਖਿਆ ਹੈ ਮੈਟ ਇਕੁਅਲ ਟੂ 13, ਰੈਟ ਇਕੁਅਲ ਟੂ 14 ਅਤੇ ਬੈਟ ਇਕੁਅਲ ਟੂ ਕਿੰਨਾ ਹੋਏਗਾ, ਹੈ ਨਾ। ਤਾਂ ਸਿੰਪਲ ਜਿਹੇ ਕੁਐਸਚਨ ਆ ਰਹੇ ਸੀ, ਆਰਾਮ ਨਾਲ ਹੋ ਰਿਹਾ ਸੀ ਇਹ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਬਲੱਡ ਰਿਲੇਸ਼ਨ ਦੀ। ਬਲੱਡ ਰਿਲੇਸ਼ਨ 'ਚ ਉਹੀ ਕੁਐਸਚਨ ਆ ਰਿਹਾ ਸੀਗਾ, ਅ ਮੈਨ ਪੁਆਇੰਟਿੰਗ ਟੂ ਅ ਵੂਮਨ, ਠੀਕ ਹੈ, ਕਿ ਇਹ ਮੇਰੀ ਮਾਮੀ ਹੈ, ਇਹ ਮੇਰੇ ਡੈਡੀ ਦੀ ਭੈਣ ਹੈ, ਠੀਕ ਹੈ, ਦੱਸੋ ਕੀ ਰਿਲੇਸ਼ਨ ਆ ਆਪਸ ਦੇ ਵਿੱਚ। ਅਤੇ ਡਾਇਰੈਕਸ਼ਨ ਡਿਸਟੈਂਸ ਦੇ ਕੁਐਸਚਨ ਈਜ਼ੀ ਆ ਰਹੇ ਨੇ। ਜਿਹੜਾ ਅੱਜ ਫਸਟ ਸ਼ਿਫਟ 'ਚ ਆਇਆ ਉਹ ਈਜ਼ੀ ਕੁਐਸਚਨ ਆਇਆ ਸੀ ਕਿ ਆਰਾਮ ਨਾਲ ਨਿਕਲ ਰਿਹਾ ਸੀਗਾ। ਅਤੇ ਆਰਡਰ ਐਂਡ ਰੈਂਕਿੰਗ ਵਿੱਚੋਂ 2 ਕੁਐਸਚਨ ਆਏ ਸੀਗੇ ਕਿ ਇੱਕ ਲੈਫਟ ਤੋਂ ਹੈ, ਇੱਕ ਰਾਈਟ ਤੋਂ ਹੈ, ਦੱਸੋ ਦੀ ਪੋਜੀਸ਼ਨ ਆਪਸ 'ਚ ਇੰਟਰਚੇਂਜ ਹੋ ਜਾਂਦੀ ਹੈ ਤਾਂ ਟੋਟਲ ਸਟੂਡੈਂਟ ਕਿੰਨੇ ਹੋ ਗਏ। ਐਨਾਲੋਗੀ ਦੇ ਕੁਐਸਚਨ ਆਇਆ ਸੀਗਾ, ਠੀਕ ਹੈ। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਕੰਪਿਊਟਰ ਦੀ। ਕੰਪਿਊਟਰ ਬੱਚੇ ਕਹਿ ਰਹੇ ਬਹੁਤ ਟਫ ਆ ਰਿਹਾ ਜੀ। ਹੁਣ ਤੁਸੀਂ ਦੇਖ ਸਕਦੇ ਹੋ ਕਿ ਇੰਟੈਲੀਜੈਂਸ ਦੀ ਪੋਸਟਾਂ ਨੇ, ਉਹਨਾਂ ਨੇ ਸਪੈਸ਼ਲ BCA, BTech, BA IT, ਠੀਕ ਹੈ, ਇਹੋ ਜਿਹੇ ਸਟੂਡੈਂਟ ਮੰਗੇ ਸੀਗੇ। ਅਤੇ ਇਨਵੈਸਟੀਗੇਸ਼ਨ ਵਾਸਤੇ ਆਪਾਂ ਸਿੰਪਲ ਗ੍ਰੈਜੂਏਸ਼ਨ ਸੀਗੀ, ਠੀਕ ਹੈ। ਅਤੇ ਹੁਣ ਕੰਪਿਊਟਰ ਟਫ ਆ ਰਿਹਾ ਬੱਚਿਆਂ ਨੂੰ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਥੋੜ੍ਹੀ ਜਿਹੀ ਕੱਟ ਆਫ ਡਾਊਨ ਜਾ ਸਕਦੀ ਹੈ ਅਗਰ ਆਪਾਂ ਇਨਵੈਸਟੀਗੇਸ਼ਨ ਤੌਰ 'ਤੇ ਦੇਖੀਏ, ਕਿਉਂਕਿ ਇਨਵੈਸਟੀਗੇਸ਼ਨ 'ਚ ਬੱਚੇ ਗ੍ਰੈਜੂਏਸ਼ਨ ਬੇਸ ਹੈ ਨਾ, ਤਾਂ ਉਹਨਾਂ ਦਾ ਇੰਨਾ ਕੰਪਿਊਟਰ ਫੀਲਡ ਹੈ ਨਹੀਂ ਪ੍ਰੋਪਰ। ਅਤੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੱਚਿਆਂ ਦਾ ਨਹੀਂ ਹੈਗਾ, ਕੁਛ ਬੱਚੇ ਐਸੇ ਹੋਣਗੇ ਜੋ ਬਹੁਤ ਅੱਛੇ ਹੋਣਗੇ ਕੰਪਿਊਟਰ ਵਿੱਚ, ਕੁਛ ਬੱਚੇ ਕਾਫੀ ਐਸੇ ਨੇ ਜਿਨ੍ਹਾਂ ਦਾ ਕੰਪਿਊਟਰ ਬੈਕਗਰਾਊਂਡ ਨਹੀਂ ਹੈਗਾ, ਉਸ ਕਰਕੇ ਉਹ ਥੋੜ੍ਹਾ ਜਿਹਾ ਦਿੱਕਤ ਆਉਂਦੀ ਹੈ ਉਹਨਾਂ ਨੂੰ। ਉਹ ਸਿੰਪਲ ਕੁਐਸਚਨ ਕਰ ਸਕਦੇ ਆ, ਕੋਈ ਡੀਪਲੀ ਕੁਐਸਚਨ ਆ ਜੇ ਉਸ 'ਚ ਥੋੜ੍ਹਾ ਉਲਝ ਸਕਦੇ ਨੇ। ਜਿਵੇਂ ਹੁਣ ਇਹਨਾਂ ਨੇ ਸਰਚ ਇੰਜਨ ਬਾਰੇ ਪੁੱਛਿਆ ਸੀਗਾ, ਆਪਾਂ ਸਰਚ ਇੰਜਨ ਬਾਰੇ ਆਪਾਂ ਅਗਰ ਦੇਖਦੇ ਹਾਂ, ਆਪਾਂ 2-3 ਸਰਚ ਇੰਜਨ ਬਾਰੇ ਪਤਾ ਨੋਰਮਲੀ, ਹੈ ਨਾ, ਆਪਾਂ ਗੱਲ ਕਰਦੇ ਹਾਂ। ਤਾਂ ਇਹਨਾਂ ਨੇ ਇੱਕ ਐਸੇ ਕੁਐਸਚਨ ਪੁੱਟ ਕਰੇ ਸੀ ਸਰਚ ਇੰਜਨ ਨੇ, ਦੱਸੋ ਕਿ 4 ਆਪਸ਼ਨ ਹੈ, 3 ਸਹੀ ਹੈ, 1 ਗਲਤ ਹੈ। ਤਾਂ ਤੁਸੀਂ ਉਸ 'ਚ ਉਲਝ ਗਏ ਸੀਗੇ ਕਿ ਇਹ ਤਾਂ ਨਾਮ ਸੁਣੇ ਨਹੀਂ ਅਸੀਂ, ਤਾਂ ਉਹ ਐਕਚੁਅਲ 'ਚ ਤੁਸੀਂ ਡੀਪਲੀ ਨਹੀਂ ਪੜ੍ਹੇ ਹੋਏ ਸੀਗੇ, ਠੀਕ ਹੈ। ਉਸ ਤੋਂ ਬਾਅਦ ਗੱਲ ਕਰਦੇ ਇਨਪੁਟ ਆਊਟਪੁੱਟ ਡਿਵਾਈਸ ਦੀ। ਇਹ ਵੀ ਤੁਸੀਂ ਇੱਕ ਵਾਰੀ ਅੱਛੀ ਤਰ੍ਹਾਂ ਕਰ ਲਿਓ। 1 ਕੁਐਸਚਨ ਪੁੱਛਿਆ, ਹੋ ਸਕਦਾ ਨੈਕਸਟ ਟਾਈਮ 2 ਕੁਐਸਚਨ ਪੁੱਛਣ, ਜਾਂ ਹੋ ਸਕਦਾ ਨੈਕਸਟ ਟਾਈਮ ਪੁੱਛਣ ਵੀ ਨਾ,
ਠੀਕ ਹੈ ਜੀ। ਤੇ ਇੱਕ ਵਰਕਬੁੱਕ ਰਿਲੇਟਡ ਕੁਐਸਚਨ ਆਇਆ ਸੀ MS ਐਕਸਲ ਦੇ ਵਿੱਚੋਂ ਕਿ ਇਸ ਦੀ ਸ਼ਾਰਟਕਟ ਕੀ ਹੈ, ਕੁਛ ਐਵੇਂ ਦਾ ਕੁਐਸਚਨ ਸੀਗਾ। ਤੇ ਸ਼ਾਰਟਕਟ ਕੀ ਸਾਰੀਆਂ ਕਰ ਲਿਓ, ਜਿਹੜੀ ਵੀ ਆਪਣੀਆਂ MS ਆਫਿਸ 2019 'ਚ ਜਿੰਨੀਆਂ ਵੀ ਸ਼ਾਰਟ ਕੀਜ਼ ਆਉਂਦੀਆਂ ਐਕਸਲ ਦੀਆਂ ਆਉਂਦੀਆਂ ਨੇ, ਵਰਡ ਦੀਆਂ ਆਉਂਦੀਆਂ ਨੇ, ਤੇ ਆਪਣਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪਾਵਰ ਪੁਆਇੰਟ ਦੀਆਂ ਆਉਂਦੀਆਂ ਨੇ, ਸਾਰੀਆਂ ਇੱਕ ਵਾਰੀ ਅੱਛੀ ਤਰ੍ਹਾਂ ਇਹਨੂੰ ਗੋ ਥਰੂ ਹੋ ਜਾਓ, ਠੀਕ ਹੈ। ਕਿਉਂਕਿ ਆਪਾਂ ਦੇਖਣ ਨੂੰ ਮਿਲ ਰਿਹਾ ਕਿ ਸਬ ਇੰਸਪੈਕਟਰ 'ਚ ਵੀ ਇਹੀ ਸੀਗਾ ਅਤੇ ਹੁਣ ਇੰਟੈਲੀਜੈਂਸ 'ਚ ਵੀ ਇਹੀ ਸੇਮ ਪੈਟਰਨ ਫੋਲੋ ਕਰ ਰਹੇ ਨੇ ਉਹ ਪੰਜਾਬ ਪੁਲਿਸ ਵਾਲੇ। ਅਤੇ ਇੱਕ ਸੋਫਟਵੇਅਰ ਬਾਰੇ, ਜਿਵੇਂ ਕਿ ਐਪਲੀਕੇਸ਼ਨ ਸੋਫਟਵੇਅਰ ਆਪਣਾ ਸਿਸਟਮ ਸੋਫਟਵੇਅਰ ਹੈ, ਅੱਛੀ ਤਰ੍ਹਾਂ ਪੜ੍ਹ ਜਿਓ। ਜਿਵੇਂ ਪੁੱਛ ਲੈਂਦੇ ਆ ਕਿ ਆਪਣਾ ਜਿਹੜਾ MS ਐਕਸਲ ਹੈ, MS ਵਰਡ ਦੱਸੋ ਐਪਲੀਕੇਸ਼ਨ ਸੋਫਟਵੇਅਰ ਹੈ ਜਾਂ ਸਿਸਟਮ ਸੋਫਟਵੇਅਰ ਹੈ, ਠੀਕ ਹੈ। ਵਿੰਡੋ ਕੀ ਹੈ, ਵਿੰਡੋ ਆਪਣਾ ਸਿਸਟਮ ਸੋਫਟਵੇਅਰ ਹੋ ਗਿਆ। ਬਾਕੀ ਜਿਹੜੇ ਆਪਣੇ ਹੋ ਗਏ ਜਿਵੇਂ MS ਆਫਿਸ ਹੋ ਗਿਆ, ਕੋਰਲਡਰ ਹੋ ਗਿਆ, ਫੋਟੋਸ਼ੋਪ ਹੋ ਗਈ, ਇਹ ਆਪਣੇ ਹੋ ਗਏ ਐਪਲੀਕੇਸ਼ਨ ਸੋਫਟਵੇਅਰ ਹੋ ਗਏ, ਠੀਕ ਹੈ। ਅਤੇ SMS ਦੀ ਫੁੱਲ ਫੋਰਮ ਪੁੱਛੀ ਸੀ ਇਹਨਾਂ ਨੇ, ਕਈ ਬੱਚੇ ਗਲਤ ਕਰਿਆ, ਕਈ ਬੱਚਿਆਂ ਨੂੰ ਆਉਂਦੀ ਸੀ। ਹੁਣ ਹੋ ਸਕਦਾ ਨੈਕਸਟ ਪੇਪਰ 'ਚ MMS ਦੀ ਪੁੱਛ ਲੈਣ, ਤਾਂ ਇੱਕ ਵਾਰੀ ਪੜ੍ਹ ਜਿਓ, ਠੀਕ ਹੈ। ਹੁਣ ਗੱਲ ਕਰਦੇ ਹਾਂ ਆਪਾਂ ਇੰਗਲਿਸ਼ ਐਂਡ ਪੰਜਾਬੀ ਦੀ। ਇੰਗਲਿਸ਼ ਦਾ ਜਿਹੜਾ ਰੀਡਿੰਗ ਕੰਪਰੀਹੈਂਸ਼ਨ ਸੀ ਈਜ਼ੀ ਆ ਰਿਹਾ ਸੀਗਾ। ਪੈਰਾ ਜੰਬਲ 'ਚ ਇੱਕ ਕੁਐਸਚਨ ਆ ਰਿਹਾ ਸੀਗਾ, ਟਰਾਂਸਲੇਸ਼ਨ ਆ ਰਹੀ ਸੀ ਪੰਜਾਬੀ ਟੂ ਇੰਗਲਿਸ਼, ਠੀਕ ਹੈ। ਅਤੇ ਇੱਕ ਕੁਐਸਚਨ ਆਇਆ ਸੀ ਐਰਰ ਡਿਟੈਕਸ਼ਨ 'ਚ, ਉਹ ਵੀ ਈਜ਼ੀ ਸੀਗਾ। ਆਪਾਂ ਮੌਕ ਟੈਸਟ 'ਚ ਵੀ ਦੇਖਿਆ ਜੋ ਵੀ ਈਜ਼ੀ ਕੁਐਸਚਨ ਸੀਗਾ, ਇਹਨਾਂ ਨੇ ਵੀ ਈਜ਼ੀ ਪਾ ਰੱਖਿਆ ਸੀ ਫਸਟ ਸ਼ਿਫਟ ਵਿੱਚ। ਸੈਕਿੰਡ 'ਚ ਹੋ ਸਕਦਾ ਥੋੜ੍ਹਾ ਟਫ ਪਾ ਦੇਣ। ਅਤੇ ਅਗਰ ਪੰਜਾਬੀ ਦੀ ਗੱਲ ਕਰਦੇ ਹਾਂ, ਪੰਜਾਬੀ ਜਿਹੜਾ ਪੈਰਾਗ੍ਰਾਫ ਸੀ ਟਫ ਸੀਗਾ, ਕਾਫੀ ਬੱਚੇ ਕਨਫਿਊਜ਼ ਹੋ ਗਏ ਸਰ ਕਿ ਦੋ ਆਪਸ਼ਨਾਂ ਨੇ ਕਿਹੜੀ ਚੂਜ਼ ਕਰੀਏ। ਕਿ ਜਿਵੇਂ ਹੁਣ ਆਪਣੇ ਮੌਕ ਟੈਸਟ 'ਚ ਵੀ ਦੇਖਿਆ ਸੀਗਾ ਕਿ ਜਿਵੇਂ ਇਹਨਾਂ ਨੇ ਪੰਜਾਬੀ ਜਿਹੜਾ ਮਹਾਭਾਰਤ ਸੀਗਾ, ਬੱਚੇ ਕਨਫਿਊਜ਼ ਹੋ ਗਏ ਸੀਗੇ। ਤੁਸੀਂ ਕਨਫਿਊਜ਼ ਨਾ ਹੋ, ਪੈਰਾਗ੍ਰਾਫ ਅੱਛੀ ਤਰ੍ਹਾਂ ਪੜ੍ਹੋ, ਅਗਰ ਆਨਸਰ ਨਹੀਂ ਮਿਲਦਾ ਤਾਂ ਉਹਨੂੰ ਸਕਿਪ ਕਰਕੇ ਅੱਗੇ ਕੰਟੀਨਿਊ ਕਰ ਲਓ, ਠੀਕ ਹੈ। ਟਰਾਂਸਲੇਸ਼ਨ ਆ ਰਹੀ ਸੀ ਆਪਣੀ ਇੰਗਲਿਸ਼ ਟੂ ਪੰਜਾਬੀ, ਅਤੇ ਆਪਣੇ ਸ਼ੁੱਧ ਸ਼ਬਦ ਆ ਰਹੇ ਸੀ, ਠੀਕ ਹੈ। ਇਹ ਆਪਣਾ ਸਾਰਾ ਮਤਲਬ ਮੈਨੇ ਐਨਾਲਾਈਜ਼ ਕਰਤਾ ਕਿ ਤੁਹਾਡਾ ਸਾਰਾ ਪੇਪਰ ਇਹ ਆ ਰਿਹਾ ਸੀਗਾ। ਹੁਣ ਮੈਂ ਗੱਲ ਕਰਦਾ ਸਟ੍ਰੈਟਜੀ ਦੀ। ਆਖਿਰ ਦੇ ਵਿੱਚ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ, ਤੁਹਾਡੀ ਸਟ੍ਰੈਟਜੀ ਇਹ ਹੋਣੀ ਚਾਹੀਦੀ ਹੈ ਜਿਵੇਂ ਤੁਹਾਡਾ 3 ਘੰਟੇ ਦਾ ਪੇਪਰ ਹੈ, ਠੀਕ ਹੈ। ਪਹਿਲੇ 2 ਘੰਟੇ ਤੁਸੀਂ ਕੋਈ ਤੁੱਕਾ ਨਹੀਂ ਮਾਰੂਗਾ, ਇਹ ਮੇਰੀ ਗੱਲ ਪੱਲੇ ਬੰਨ੍ਹ ਲਓ। ਪਹਿਲੇ 2 ਘੰਟੇ ਕੋਈ ਤੁੱਕਾ ਨਹੀਂ ਮਾਰੂਗਾ। ਅਗਰ ਕੋਈ ਕੁਐਸਚਨ ਤੁਹਾਨੂੰ ਨਹੀਂ ਆਉਂਦਾ, ਅੜ ਗਏ, ਤਾਂ ਅੱਗੇ ਸਕਿਪ ਕਰਕੇ ਅੱਗੇ ਚੱਲ ਜਾਓ, ਠੀਕ ਹੈ। ਉੱਥੇ ਰੈੱਡ ਮਾਰਕਿੰਗ ਆ ਜਾਊਗੀ, ਕੋਈ ਗੱਲ ਨਹੀਂ। ਜਿਹੜੇ ਤੁਹਾਨੂੰ ਕੁਐਸਚਨ ਆਉਂਦੇ ਆ ਪਹਿਲਾਂ ਉਹ ਕੁਐਸਚਨ ਕਰੋ। 150 ਕੁਐਸਚਨ ਹੈ, ਅਗਰ ਤੁਹਾਨੂੰ ਲੱਗਦਾ ਕਿ ਮੈਂ 80 ਜਾਂ 90 ਕੁਐਸਚਨ ਕਰ ਚੁੱਕਿਆ ਮੈਂ 2 ਘੰਟੇ ਦੇ ਵਿੱਚ, ਠੀਕ ਹੈ, ਜਾਂ ਲੱਗਦਾ ਕਿ ਮੈਂ 2.5 ਘੰਟੇ 'ਚ ਮੈਂ 90 ਜਾਂ 100 ਕੁਐਸਚਨ ਮੈਨੇ ਕਰ ਲਏ ਕਿ ਮੇਰੇ ਬਿਲਕੁਲ ਸਹੀ ਨੇ, ਠੀਕ ਹੈ। ਉਸ ਤੋਂ ਬਾਅਦ ਤੁੱਕੇ ਮਾਰਨੇ ਸ਼ੁਰੂ ਕਰੇ। ਤੁੱਕੇ ਵੀ ਉਸ 'ਚ ਮਾਰਿਓ ਜਿਸ 'ਚ ਉਹਨੂੰ ਲੱਗੇ A ਜਾਂ B ਆਪਸ਼ਨ 'ਚ ਮੈਨੂੰ ਲੱਗਦਾ ਕਿ ਕਨਫਿਊਜ਼ਿੰਗ ਹੈਗੀ, ਉਹਦੇ 'ਚ A ਜਾਂ B ਸਹੀ ਹੋ ਸਕਦਾ, ਤਾਂ ਉਸ ਕੇਸ 'ਚ ਕਰਿਓ। ਅਤੇ ਅਗਰ ਹੁਣ ਮੈਂ ਇੱਕ ਗੱਲ ਕਹਿੰਦਾ ਕਿ ਨੈਗੇਟਿਵ ਮਾਰਕਿੰਗ ਤਾਂ ਹੈ ਹੀ ਨਹੀਂ, ਤਾਂ ਫਿਰ ਆਪਾਂ ਤੁਸੀਂ ਤੁੱਕੇ ਸਾਰਿਆਂ 'ਚ ਹੀ ਮਾਰ ਸਕਦੇ ਹੋ, ਬਟ ਥੋੜ੍ਹਾ ਦੇਖ ਕੇ ਤੁੱਕੇ ਮਾਰਿਓ ਕਿ ਤਾਂ ਕਿ ਤੁਹਾਡੀ ਜਿਹੜੀ ਸਹੀ ਦੀ ਆਪਾਂ ਕਹਿੰਦੇ ਨਾ ਜਿਵੇਂ ਕਿ ਪ੍ਰੋਫਿਟੇਬਿਲਿਟੀ ਆ ਉਹ ਮਤਲਬ ਜ਼ਿਆਦਾ ਹੋਵੇ, ਗਲਤ ਦੀ ਘੱਟ ਹੋਵੇ। ਅਗਰ ਮੈਂ ਓਵਰਆਲ ਲਾ ਕੇ ਚੱਲਾਂ ਤਾਂ ਬੱਚਿਆਂ ਦੇ ਕਹਿ ਤਾਂ ਰਹੇ ਕਿ 150 ਕੁਐਸਚਨ ਕਰਕੇ ਆਏ ਆ। ਹਾਂ, ਇੱਕ ਗੱਲ ਹੋਰ, ਕਈ ਬੱਚੇ 125 120 ਕਰਕੇ ਆ ਰਹੇ ਆ, ਕਿਉਂਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਕਿ ਨੈਗੇਟਿਵ ਮਾਰਕਿੰਗ ਹੈ ਜਾਂ ਨਹੀਂ ਹੈ, ਠੀਕ ਹੈ। ਇਸ ਪੇਪਰ 'ਚ ਨੈਗੇਟਿਵ ਮਾਰਕਿੰਗ ਕੋਈ ਨਹੀਂ ਹੈਗੀ, ਤੁਸੀਂ 150 ਕੁਐਸਚਨ ਕਰਕੇ ਆਣੇ ਨੇ। ਅਤੇ ਬਟ ਅਗਰ ਗੱਲ ਕਰਦਾ ਮੈਂ ਸੇਫ ਸਕੋਰ ਦੀ, ਮੈਂ ਸੇਫ ਸਕੋਰ 100+ ਲੈ ਕੇ ਚੱਲਾਂਗਾ ਅਗਰ ਕੋਈ ਵੀ ਕੈਟੇਗਰੀ ਹੈ। ਅਗਰ ਤੁਸੀਂ ਇਨਵੈਸਟੀਗੇਸ਼ਨ 'ਚ ਜਾਣਾ ਤਾਂ ਮੈਂ 100+ ਲੈ ਕੇ ਚੱਲਾਂਗਾ। ਅਗਰ ਇੰਟੈਲੀਜੈਂਸ 'ਚ ਜਾਣਾ ਤਾਂ ਮੈਂ 95 ਤੱਕ ਲੈ ਕੇ ਜਾ ਸਕਦਾ, ਕਿਉਂਕਿ ਇੰਟੈਲੀਜੈਂਸ ਦੀ ਪੋਸਟਾਂ ਜ਼ਿਆਦਾ ਨੇ ਅਤੇ ਪੇਪਰ ਵੀ ਉਹਨਾਂ ਦੇ ਅਕੋਰਡਿੰਗ ਥੋੜ੍ਹਾ ਟਫ ਆ ਰਿਹਾ। ਅਤੇ ਇਨਵੈਸਟੀਗੇਸ਼ਨ ਵਾਲੇ ਕੁਛ ਬੱਚੇ ਹੋਣਗੇ ਜੋ ਕੰਪਿਊਟਰ 'ਚ ਅੱਛੇ ਹੋਣਗੇ, ਕਿਉਂਕਿ ਹਰੇਕ ਬੱਚਾ ਨਹੀਂ ਹੁੰਦਾ, ਕੋਈ ਕੰਪਿਊਟਰ 'ਚ ਅੱਛਾ ਹੁੰਦਾ ਹੈ, ਕੋਈ ਸਭ ਦੀ ਆਪਣੀ ਆਪਣੀ ਸਟਰੈਂਥ ਹੁੰਦੀ ਹੈ, ਠੀਕ ਹੈ। ਤਾਂ ਮੈਂ ਅਗਰ ਸੇਫ ਸਕੋਰ ਲੈ ਕੇ ਚੱਲਾਂ ਨਾ, ਅਗਰ ਮੈਂ ਸੇਫ ਸਕੋਰ ਇੱਕ ਐਵਰੇਜ ਸਟੂਡੈਂਟ ਦਾ ਸੇਫ ਸਕੋਰ ਲੈ ਕੇ ਚੱਲਾਂ, ਜਾਂ ਕੋਈ ਵੀ ਹੈ SC BC ਜਨਰਲ ਕੋਈ ਵੀ ਹੈ, 100+ ਸਕੋਰ ਲੈ ਕੇ ਚੱਲੋ। 100 ਤੋਂ ਨੀਚੇ ਘੱਟ ਤਾਂ ਜਾਊਗੀ ਨਹੀਂ, ਸਿੱਧੀ ਜਿਹੀ ਗੱਲ ਹੈ। ਤੁਸੀਂ ਆਪਣੀ ਮਿਹਨਤ ਜਾਰੀ ਰੱਖੋ। ਹੁਣ ਜਿਨ੍ਹਾਂ ਦਾ ਪੇਪਰ ਨੈਕਸਟ ਹੁਣ ਆਉਣ ਵਾਲਾ ਹੈ ਕੱਲ੍ਹ ਜਾਂ ਪਰਸੋਂ, ਉਹ ਤੁਸੀਂ ਇੱਕ ਵਾਰੀ ਦੇਖ ਲਓ, ਇਹ ਰਿਵਿਊ ਸਾਰਾ ਦੇਖ ਲਓ ਕਿ GK 'ਚ ਕੀ ਪੁੱਛ ਰਹੇ ਨੇ, ਕਿਉਂਕਿ ਬੱਚੇ ਜ਼ਿਆਦਾਤਰ ਰੋ ਰਹੇ ਨੇ ਕੰਪਿਊਟਰ ਦੇ ਵਿੱਚੋਂ, GK ਵਿੱਚੋਂ। ਕੰਪਿਊਟਰ 'ਚ ਅਸੀਂ ਪੜ੍ਹਿਆ ਨਹੀਂ ਸੀਗਾ ਜੀ, ਅਸੀਂ ਤਾਂ ਛੋਟੀ ਜਿਹੀ ਬੁੱਕ ਪੜ੍ਹ ਗਏ ਸੀ, ਕੋਈ ਲੂਸੈਂਟ ਦੇ ਬੈਕ ਸਾਈਡ ਤੋਂ ਕੰਪਿਊਟਰ ਪੜ੍ਹ ਗਏ ਸੀ, ਫੈਕਟ ਪੜ੍ਹ ਗਏ ਸੀ, ਡੀਪਲੀ ਪੁੱਛ ਲਿਆ ਸਾਡੇ ਤੋਂ। GK 'ਚ ਵੀ ਇਹੀ ਕਰਦੇ ਨੇ ਬੱਚੇ, ਸਵਰਨ ਦੀ ਬੁੱਕ ਚੱਕ ਲੈਂਦੇ ਨੇ। ਇੱਕ ਹਾਂ ਗੱਲ ਹੋਰ, ਕਈ ਬੱਚੇ ਕੀ ਕਰਦੇ ਨੇ, ਹੁਣ ਜੇਲ੍ਹ ਵਾਰਡਰ ਦਾ ਪੇਪਰ ਹੋਇਆ ਸੀ, ਮੈਨੂੰ ਇੱਕ ਬੱਚੇ ਦਾ ਮੈਸੇਜ ਆਇਆ ਸੀ ਕਿ ਸਰ ਮੈਂ ਸਾਰਾ ਬੁੱਕ ਪੜ੍ਹ ਕੇ ਗਿਆ ਸੀ, ਮੇਰੇ ਨੰਬਰ ਘੱਟ ਆਏ ਨੇ ਜੀ, ਮੈਂ ਪਾਸ ਹੀ ਨਹੀਂ ਹੋ ਪਾਇਆ। ਤਾਂ ਮੈਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿਹੜੀ ਬੁੱਕ 'ਚੋਂ ਪੜ੍ਹੇ ਹੋ, ਕਹਿੰਦੇ ਸਵਰਨ ਦੀ ਬੁੱਕ 'ਚੋਂ ਪੜ੍ਹੇ ਆ ਜੀ। ਤੁਸੀਂ ਬੱਚਿਓ ਇੱਕ ਬੁੱਕ ਕੋਈ ਫੋਲੋ ਨਹੀਂ ਕਰਨੀ, ਅਗਰ ਫੋਲੋ ਕਰਨੀ ਆ ਤੁਸੀਂ ਅਲੱਗ-ਅਲੱਗ ਬੁੱਕਸ ਫੋਲੋ ਕਰਨੀਆਂ, ਅਲੱਗ-ਅਲੱਗ ਸੋਰਸ ਤੋਂ ਪੜ੍ਹਨਾ ਤੁਸੀਂ। ਹੁਣ ਤੁਸੀਂ ਦੇਖ ਲਓ ਸਵਰਨ ਦੀ ਬੁੱਕ 'ਚ ਪੋਲਿਟੀ 2 ਪੇਜ ਦੀ ਹੈ ਸਾਰੀ ਉਹ, ਠੀਕ ਹੈ, ਵਿੱਚ ਹੀ MCQ ਨੇ।
ਤੁਸੀਂ ਅਗਰ ਲਕਸ਼ਮੀਕਾਂਤ ਦੀ ਬੁੱਕ ਦੇਖੋਗੇ, ਏਡੀ ਮੋਟੀ ਬੁੱਕ ਹੈ, 650-700 ਪੇਜ ਨੇ ਉਹਦੇ ਵਿੱਚ, ਠੀਕ ਹੈ। ਤੇ ਅਗਰ ਆਪਾਂ ਨੋਰਮਲੀ ਅਗਰ ਕੋਈ ਇੰਸਟੀਟਿਊਟ ਤੋਂ ਆਪਾਂ ਕੋਈ ਨੋਟਸ ਲੈਂਦੇ ਆ ਪੋਲਿਟੀ ਦੇ, ਤਾਂ ਉਹ ਵੀ ਘੱਟੋ ਘੱਟ 30-40 ਪੇਜ ਹੋਣਗੇ। ਤਾਂ ਸਵਰਨ ਦੀ ਬੁੱਕ 2 ਪੇਜ, ਤੁਸੀਂ ਉੱਥੇ ਦੇਖ ਲਓ 2 ਪੇਜ ਦਾ ਆਰਟੀਕਲ ਵੀ ਕੰਪਲੀਟ ਨਹੀਂ ਹੁੰਦੇ, ਠੀਕ ਹੈ। ਤਾਂ ਹੀ ਕਹਿੰਦਾ ਕਿ ਇਹ ਜੀ ਬੁੱਕਸ ਨੂੰ ਫੋਲੋ ਨਾ ਕਰੋ। ਮੈਨੇ ਬੁੱਕ ਲਿਸਟ ਦਿੱਤੀ ਹੋਈ ਹੈ ਆਪਣੀ ਡਿਸਕ੍ਰਿਪਸ਼ਨ ਬਾਕਸ 'ਚ, ਉੱਥੋਂ ਤੁਸੀਂ ਬੁੱਕ ਲਿਸਟ ਲੈ ਸਕਦੇ ਹੋ, ਉੱਥੋਂ ਪੜ੍ਹੋ। ਜੇ ਅਗਰ ਤੁਹਾਡੇ ਕੋਈ ਅਲੱਗ ਕੋਈ ਸੋਰਸ ਹੈਗੇ, ਅੱਛੇ ਵਾਲੇ ਸੋਰਸ ਹੈਗੇ ਨੇ, ਤਾਂ ਉੱਥੋਂ ਪੜ੍ਹੋ, ਬਟ ਇੱਕ ਬੁੱਕ 'ਤੇ ਡਿਪੈਂਡ ਨਾ ਰਹੋ, ਠੀਕ ਹੈ। ਤੇ ਜਿਹੜੀ ਤੁਹਾਡੀ ਕਮੀਆਂ ਨੇ ਇਸ ਨੂੰ ਦੇਖ ਲਓ ਕਿ ਤੁਹਾਨੂੰ ਲੱਗਦਾ ਕਿ ਇਹ ਜਿਵੇਂ ਕਿ ਹੁਣ ਮੰਨ ਲਓ ਜੀਕੇ 'ਚ ਮੈਨੂੰ ਇਹ ਪਾਰਟ ਤਾਂ ਆਉਂਦਾ ਨਹੀਂ, ਇਹ ਇਸ 'ਚ ਪੁੱਛਿਆ ਹੋਇਆ, ਤਾਂ ਤੁਸੀਂ ਉਸ ਨੂੰ ਕਵਰ ਕਰੋ, ਠੀਕ ਹੈ। ਬਾਕੀ ਬੈਸਟ ਆਫ ਲੱਕ, ਸਤਿ ਸ਼੍ਰੀ ਅਕਾਲ।